गुड मॉर्निंग स्टूडेंट। अज असी करांगे लैसन नंबर 14 तो साडे लैसन का नाम है सरकारी बजट अते आर्थिकता। तो ये अहीं करांगे टॉपिक साडा है गैर कर आमदन गत प्राप्तियां। ठीक है बेटा। तो सब तो बेटा पहला सानू पता होना चाहिए कि गैर कर आमदन प्राप्तियां की हुंदियां हन। तो अहीं डिस्कस करांगे। कहंदे कि जद सरकार करां तो इलावा होर ਵੱਖ-ਵੱਖ ਸਰੋਤਾਂ ਤੋਂ ਧਨ ਪ੍ਰਾਪਤ ਕਰਦੀ ਹੈ ਤਾਂ ਇਸ ਨੂੰ ਗੈਰ ਕਰ ਆਮਦਨਗਤ ਪ੍ਰਾਪਤੀਆਂ ਕਹਿੰਦੇ ਹਨ। ਕਿਸ ਤਰ੍ਹਾਂ ਕਹਿੰਦੇ ਕਿ ਜਦ ਸਰਕਾਰ ਕਰਾਂ ਤੋਂ ਇਲਾਵਾ ਕੋਈ ਹੋਰ ਵੱਖ-ਵੱਖ ਸਰੋਤਾਂ ਤੋਂ ਧਨ ਪ੍ਰਾਪਤ ਕਰਦੀ ਹੈ, ਕਿਹਦੇ ਕੋ ਕਰਦੀ ਹੈ मतलब ਲੋਕਾਂ ਕੋ, ਤੇ ਉਸ ਨੂੰ ਗੈਰ ਕਰ ਆਮਦਨਗਤ ਪ੍ਰਾਪਤੀਆਂ ਕਿਹਾ ਜਾਂਦਾ ਹੈ। ਹੁਣ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ ਹਨ। ਤੇ ਬੇਟਾ ਕੁਝ ਮਹੱਤਵਪੂਰਨ ਗੈਰ ਕਰ ਆਮਦਨਗਤ ਪ੍ਰਾਪਤੀਆਂ ਇਸ ਤਰ੍ਹਾਂ ਹਨ, ਜਿਵੇਂ ਕਿ ਸਭ ਤੋਂ ਪਹਿਲਾਂ ਹੈਗਾ ਸਾਡਾ ਫੀਸਾਂ। ਕਹਿੰਦੇ ਕਿ ਇਹ ਲੋਕਾਂ ਦੁਆਰਾ ਸਰਕਾਰ ਤੋਂ ਸੇਵਾਵਾਂ ਪ੍ਰਾਪਤ ਕਰਨ ਬਦਲੇ ਕੀਤੀ ਅਦਾਇਗੀ ਹੁੰਦੀ ਹੈ। ਕਹਿੰਦੇ ਕਿ ਇਹ ਉਹ ਚੀਜ਼ ਹੁੰਦੀ ਹੈ ਕਿ ਜਦੋਂ ਅਸੀਂ ਸਰਕਾਰ ਨੂੰ ਦਿੰਦੇ ਹਾਂ, ਠੀਕ ਹੈ, ਤੇ ਉਸ ਦੇ ਬਦਲੇ ਸਾਨੂੰ ਕੋਈ ਚੀਜ਼ ਮਿਲਦੀ ਹੈ। ਪਹਿਲਾਂ ਜਿੱਦਾਂ ਉਹੀ ਨਾ ਪਹਿਲਾਂ ਅਸੀਂ ਪੜ੍ਹਿਆ ਸੀ ਕਿ ਟੈਕਸਿਸ ਉਹ ਚੀਜ਼ ਹੁੰਦੀ ਹੈ ਜਿਹੜਾ ਮਤਲਬ ਲੱਗਦੇ ਨੇ ਜਦੋਂ ਅਸੀਂ ਉਮੀਦ ਨਹੀਂ ਕਰ ਸਕਦੇ ਕਿ ਸਰਕਾਰ ਸਾਨੂੰ ਕੋਈ ਚੀਜ਼ ਦੇਗੀ। ਪਰ ਜਿਹੜੀ ਫੀਸਾਂ ਹੈ ਨਾ, ਇਹ ਉਹ ਲੋਕਾਂ ਦੁਆਰਾ ਸਰਕਾਰ ਤੋਂ ਸੇਵਾਵਾਂ ਪ੍ਰਾਪਤ ਕਰਨ ਬਦਲੇ ਕੀਤੀ ਅਦਾਇਗੀ ਹੁੰਦੀ ਹੈ। ਮਤਲਬ ਇਹ ਫੀਸ ਦਿੱਤੀ ਹੈ ਤਾਂ ਉਹਦੇ ਬਦਲੇ ਸਾਨੂੰ ਸਰਕਾਰ ਨੇ ਕੁਝ ਨਾ ਕੁਝ ਦੇਣਾ ਹੈ। ਠੀਕ ਹੈ। ਇਸ ਵਿੱਚ ਅਦਾਕਰਤਾ ਨੂੰ ਵਿਸ਼ੇਸ਼ ਲਾਭ ਹੁੰਦਾ ਹੈ। ਅਦਾਕਰਤਾ ਜਿਸ ਤਰ੍ਹਾਂ ਕਿ ਮੈਂ ਦਿੱਤੇ ਨੇ ਕੁਝ ਪੈਸੇ ਤੇ ਮੈਨੂੰ ਲਾਭ ਹੋਏਗਾ, ਹੈ ਨਾ। ਤੇ ਇਹ ਇੱਕ ਲਾਜ਼ਮੀ ਅਦਾਇਗੀ ਹੁੰਦੀ ਹੈ ਤੇ ਇਹ ਮੇਰੇ ਵਾਸਤੇ ਬਹੁਤ ਕੰਪਲਸਰੀ ਬਹੁਤ ਜ਼ਰੂਰੀ ਹੈ ਕਿ ਮੈਂ ਸਰਕਾਰ ਤੋਂ ਕੋਈ ਚੀਜ਼ ਲੈਣੀ ਹੈ ਤਾਂ ਉਹਦੇ ਵਾਸਤੇ ਮੈਨੂੰ ਪੈਸੇ ਦੇਣੇ ਪੈਣਗੇ ਤੇ ਸਰਕਾਰ ਵੀ ਉਸ ਚੀਜ਼ ਦੇ ਬਦਲੇ ਮੈਨੂੰ ਜੋ ਮੈਂ ਲੈਣਾ ਚਾਹੁੰਦੀ ਹਾਂ ਸਰਕਾਰ ਕੋਲ ਉਹ ਮਿਲੇਗਾ ਮੈਨੂੰ। ठीक है। तो यह आम तौर पर सरकार द्वारा लई गई फीस अते इस द्वारा दिती गई सेवा की लागत के बराबर ही हुंदी है। ठीक है। जिस तरह कि पासपोर्ट फीस ते रजिस्ट्रेशन फीस ते कोर्ट फीस। ठीक है। जिस तरह कि कोर्ट में कोई केस चलता पिया वै तो जिहड़ा असीं वकील हायर करना वै तो उन्हें अपनी फीस लैनी है। ठीक है। तो असीं फीस दित्ती, ठीक है, तो ਉਹਦੇ ਬਦਲੇ ਕੀ ਕਰੇਗਾ ਉਹ ਸਾਡਾ ਕੇਸ ਲੜੇਗਾ। ਠੀਕ ਹੈ। ਇਹ ਚੀਜ਼ਾਂ ਉਹਨੂੰ ਕਹਿੰਦੇ ਨੇ ਫੀਸਾਂ। ਅੱਗੇ ਹੈਗਾ ਸਾਡਾ ਸੈਕਿੰਡ ਪੁਆਇੰਟ ਲਾਇਸੈਂਸ ਫੀਸ। ਕਹਿੰਦੇ ਨੇ ਕਿ ਜਦ ਸਰਕਾਰ ਲੋਕਾਂ ਨੂੰ ਕੋਈ ਵਿਸ਼ੇਸ਼ ਕੰਮ ਕਰਨ ਦੀ ਇਜਾਜ਼ਤ ਦਿੰਦੀ ਹੈ ਤਾਂ ਇਸ ਬਦਲੇ ਸਰਕਾਰ ਲੋਕਾਂ ਤੋਂ ਫੀਸ ਪ੍ਰਾਪਤ ਕਰਦੀ ਹੈ ਜਿਸ ਨੂੰ ਲਾਇਸੈਂਸ ਫੀਸ ਕਿਹਾ ਜਾਂਦਾ ਹੈ। ਜਿਵੇਂ ਕਹਿੰਦੇ ਕਿ ਹੁਣ ਲਾਇਸੈਂਸ ਫੀਸ ਕੀ ਹੈ। ਵੇਖੋ ਬੇਟਾ ਜਦੋਂ ਸਾਨੂੰ ਕੋਈ ਸਰਕਾਰ ਕੋਈ ਵਿਸ਼ੇਸ਼ ਕੰਮ ਕਰਨ ਵਾਸਤੇ ਜਿਸ ਤਰ੍ਹਾਂ ਕਿ ਅਸੀਂ ਇਹ ਕਰਨਾ ਅਸੀਂ ਡਰਾਈਵਿੰਗ ਲਾਇਸੈਂਸ ਲੈਣਾ ਵਾ, ਠੀਕ ਹੈ, ਸਾਨੂੰ ਉਹਦੇ ਵਾਸਤੇ ਇਜਾਜ਼ਤ ਜਿਹੜੀ ਲੈਣੀ ਪੈਂਦੀ। ਜਿਸ ਤਰ੍ਹਾਂ ਕਿ ਸਾਨੂੰ ਪਹਿਲਾਂ ਹੈਗਾ ਕਿ ਅਸੀਂ 18 ਸਾਲ ਦੇ ਹੋਵਾਂਗੇ, ਠੀਕ ਹੈ, ਅਤੇ ਸਾਡਾ ਲਾਇਸੈਂਸ ਬਣੇਗਾ ਫਿਰ ਹੀ ਕੋਈ ਚੀਜ਼ ਚਲਾ ਸਕਦੇ ਨਾ ਗੱਡੀ ਵਗੈਰਾ। ਠੀਕ ਹੈ। ਅਤੇ ਉਹਦੇ ਵਾਸਤੇ ਸਾਨੂੰ ਸਰਕਾਰ ਦੀ ਇਜਾਜ਼ਤ ਦੀ ਜ਼ਰੂਰਤ ਹੈ ਅਤੇ ਜਦੋਂ ਅਸੀਂ ਲਾਇਸੈਂਸ ਬਣਾਵਾਂਗੇ ਤਾਂ ਬੱਚੇ ਉਹਦੇ ਵਾਸਤੇ ਸਾਨੂੰ ਪੈਸੇ ਦੇਣੇ ਪੈਣੇ ਨੇ। ਠੀਕ ਹੈ। ਅਸੀਂ ਪੈਸੇ ਦਿੱਤੇ, ਸਰਕਾਰ ਨੇ ਸਾਨੂੰ ਇਜਾਜ਼ਤ ਦਿੱਤੀ, ਸਾਰੀਆਂ ਫੋਰਮੈਲਿਟੀਜ਼ ਪੂਰੀਆਂ ਹੋਈਆਂ ਅਤੇ ਸਾਡਾ ਜਿਹੜਾ ਡਰਾਈਵਿੰਗ ਲਾਇਸੈਂਸ ਬਣਿਆ। ਠੀਕ ਹੈ। ਅਸੀਂ ਮਤਲਬ ਪੈਸੇ ਦੇ ਕੇ ਅਤੇ ਸਰਕਾਰ ਕੋ ਉਸ ਦੇ ਬਦਲੇ ਅਸੀਂ ਮਨਜ਼ੂਰੀ ਲੈਂਦੇ ਹਾਂ। ਮਤਲਬ ਸਾਨੂੰ ਉਹਨਾਂ ਨੇ ਆਗਿਆ ਦੇ ਦਿੱਤੀ ਹੈ, ਪਰਮਿਸ਼ਨ ਦੇ ਦਿੱਤੀ ਹੈ ਕਿ ਤੁਸੀਂ ਆਹ ਕੰਮ ਕਰ ਸਕਦੇ ਹੋ। ਠੀਕ ਹੈ। ਉਹਨੂੰ ਕਹਿੰਦੇ ਨੇ ਲਾਇਸੈਂਸ ਫੀਸ ਕਿਹਾ ਜਾਂਦਾ ਹੈ। ਜਿਵੇਂ ਨਿਰਗਾਤ ਲਾਇਸੈਂਸ। ਨਿਰਗਾਤ ਮਤਲਬ ਕਿ ਅਸੀਂ ਇੱਥੋਂ ਬਿਜ਼ਨਸ ਕਰਨਾ, ਇੱਥੋਂ ਕੋਈ ਆਪਣੀ ਚੀਜ਼ ਬਾਹਰ ਵਾਸਤੇ ਭੇਜਦੀ ਹੈ ਤਾਂ ਉਹਦੇ ਵਾਸਤੇ ਵੀ ਲਾਇਸੈਂਸ ਜਿਹੜਾ ਚਾਹੀਦਾ ਸਾਨੂੰ ਲਿਜਾਣ ਵਾਸਤੇ। ਅਤੇ ਦੂਜਾ ਹੈਗਾ ਅਗਾਤ ਮਤਲਬ ਬਾਹਰੋਂ ਕੋਈ ਚੀਜ਼ ਆਉਣੀ ਹੈ ਤਾਂ ਉਹਦੇ ਵਾਸਤੇ ਵੀ ਲਾਇਸੈਂਸ ਚਾਹੀਦਾ। ਹੁਣ ਅਸੀਂ ਖੋਲ੍ਹਣਾ ਰੈਸਟੋਰੈਂਟ ਜਾਂ ਬਾਰ ਖੋਲ੍ਹਣ ਵਾਸਤੇ ਵੀ ਸਾਨੂੰ ਸਰਕਾਰ ਦੀ ਪਰਮਿਸ਼ਨ ਲੈਣੀ ਪੈਣੀ ਹੈ। ਹੁਣ ਜਿਹੜੇ ਬਾਰ ਹੈ ਅਤੇ ਉਹਨਾਂ ਦੇ ਵਾਸਤੇ ਪਹਿਲਾਂ ਹਥਿਆਰ ਜਿੱਥੇ ਹਥਿਆਰ ਬਣਦੇ ਨੇ ਉਹਨਾਂ ਨੂੰ ਵੀ ਪਿਸਟਲ ਵਗੈਰਾ ਉਹਨਾਂ ਨੂੰ ਵੀ ਲਾਇਸੈਂਸ ਦੀ ਜ਼ਰੂਰਤ ਬਣਦੀ ਹੈ। ਸਰਕਾਰ ਕੋਲ ਮਨਜ਼ੂਰੀ ਲੈਣੀ ਪੈਂਦੀ ਫਿਰ ਹੀ ਹਥਿਆਰਾਂ ਦਾ ਜਿਹੜਾ ਹੈ ਕੋਈ ਸ਼ੋਪ ਵਗੈਰਾ ਜੋ ਵੀ ਹੁੰਦੀ ਹੈ ਖੋਲ੍ਹ ਸਕਦੇ ਨੇ। ਅਤੇ ਅੱਗੇ ਡਰਾਈਵਿੰਗ ਲਾਇਸੈਂਸ ਹੈ ਅਤੇ ਇਹਦੀ ਗੱਲ ਮੈਂ ਤੁਹਾਨੂੰ ਪਹਿਲਾਂ ਸਮਝਾ ਦਿੱਤੀ ਸੀ ਕਿ ਬੇਟਾ ਜੇ ਅਸੀਂ ਗੱਡੀ ਚਲਾਉਣੀ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਜਿਹੜੀਆਂ ਫੋਰਮੈਲਿਟੀਆਂ ਪੂਰੀਆਂ ਕਰਨੀਆਂ ਪੈਣੀਆਂ। ਸਭ ਤੋਂ ਪਹਿਲਾਂ ਸਾਡਾ 18 ਸਾਲ ਦਾ ਹੋਣਾ ਜ਼ਰੂਰੀ ਹੈ। ਹੁਣ ਤਾਂ ਅੱਜ ਕੱਲ੍ਹ ਛੋਟੇ ਬੱਚੇ ਚਲਾਈ ਫਿਰਦੇ ਨੇ ਪਰ ਉਹ ਗੈਰ ਕਾਨੂੰਨੀ ਹੈ। ਠੀਕ ਹੈ। ਅਤੇ ਇਹ ਆ
कि ये ड्राइविंग लाइसेंस वास्ते जिहड़ा सानूं सारियां जिहड़ियां फॉर्मैलिटियां पूरियां करके ते सरकार सानूं की करदी है उहदा इजाज़त दिंदी है ते इजाज़त वास्ते सानूं पैसे देने पैंदे ने ते पैसे देण तो बाद साडा जिहड़ा लाइसेंस बनदा है। ठीक है बेटा, अगे हैगा साडा 3rd पॉइंट जुर्माने। ਕਹਿੰਦੇ ਨੇ ਕਿ ਜਦ ਲੋਕ ਸਰਕਾਰ ਦੁਆਰਾ ਬਣਾਏ ਨਿਯਮਾਂ ਨੂੰ ਤੋੜਦੇ ਹਨ ਤਾਂ ਲੋਕਾਂ ਨੂੰ ਸਜ਼ਾ ਦੇ ਤੌਰ 'ਤੇ ਕੁਝ ਅਦਾਇਗੀ ਕਰਨੀ ਪੈਂਦੀ ਹੈ ਜਿਸ ਨੂੰ ਜੁਰਮਾਨਾ ਕਿਹਾ ਜਾਂਦਾ ਹੈ। ਇਹ ਜੁਰਮਾਨੇ ਸਰਕਾਰ ਆਪਣੀ ਮਰਜ਼ੀ ਅਨੁਸਾਰ ਨਿਰਧਾਰਿਤ ਕਰਦੀ ਹੈ। ਹੁਣ ਵੇਖੋ ਬੇਟਾ, ਜਦੋਂ ਅਸੀਂ ਟ੍ਰੈਫਿਕ ਰੂਲ ਤੋੜਦੇ ਹਾਂ, ਠੀਕ ਹੈ, ਤੇ ਉਸੇ ਵੇਲੇ ਸਾਡਾ ਕੀ ਹੋ ਜਾਂਦਾ, ਚਲਾਨ ਹੋ ਜਾਂਦਾ। ਤੇ ਜਿਹੜਾ ਚਲਾਨ ਹੈ, ਕਈ ਲੋਕ ਤਾਂ ਇਸਾ ਕਰਦੇ ਨੇ ਕਿ ਐਟ ਏ ਟਾਈਮ ਜਿਹੜਾ ਮੈਂ ਉਹਨੂੰ ਜੋ ਵੀ ਟ੍ਰੈਫਿਕ ਕੰਟਰੋਲਰ ਹੁੰਦਾ ਵਾ ਉਹਨੂੰ ਕੁਝ ਜਿਹੜਾ ਗੈਰ ਕਾਨੂੰਨੀ ਕੰਮ ਕਰਕੇ ਪੈਸੇ ਪੂਸੇ ਦੇ ਕੇ ਤੇ ਚਲੋ ਜੀ ਰਫਾ ਦਫਾ ਕੰਮ ਕਰ ਦਿੰਦੇ। ਪਰ ਅਸਲ ਵਿੱਚ ਜੇ ਕੋਈ, ਚਲੋ ਹੋਣਾ ਚਾਹੀਦਾ ਸਾਰਿਆਂ ਨੂੰ ਇਮਾਨਦਾਰ, ਜੇ ਕੋਈ ਤਗੜਾ ਬੰਦਾ ਜਿਹੜਾ ਬਹੁਤ ਇਮਾਨਦਾਰ ਬੰਦਾ ਜਿਹੜਾ ਕਿਸੇ ਦੀ ਗੱਡੀ ਫੜ ਲੈਂਦਾ ਵਾ ਤੇ ਉਹਦਾ ਚਲਾਨ ਹੋ ਜਾਂਦਾ ਤੇ ਬੇਟਾ ਉਹਨੂੰ ਭੁਗਤਿਆਂ ਕਚਹਿਰੀ ਵਿੱਚ ਜਾਣਾ ਪੈਂਦਾ ਵਾ ਤੇ ਬੜੀ ਦੌੜ ਭੱਜ ਲੱਗਦੀ ਹੈ। ਤੇ ਇਹੋ ਜਿਹੇ ਜਿਹੜੇ ਜੁਰਮਾਨੇ ਲੱਗਦੇ ਨੇ ਫਿਰ ਤੇ ਇਹ ਸਰਕਾਰ ਨੂੰ ਮਤਲਬ ਪਹੁੰਚ ਜਾਂਦੇ ਨੇ। ਇਹ ਕੀ ਹੈ, ਸਰਕਾਰ ਨੂੰ ਦੇਣੇ ਪੈਂਦੇ ਨੇ। ਸਾਨੂੰ ਅਸੀਂ ਦੇਵਾਂਗੇ, ਜਿਸ ਤਰ੍ਹਾਂ ਕਿ ਮੇਰਾ ਚਲਾਨ ਹੋਇਆ, ਮੇਰੀ ਗੱਡੀ ਦਾ ਹੋਇਆ ਤੇ ਮੈਨੂੰ ਦੇਣਾ ਪਏਗਾ ਜੁਰਮਾਨਾ। ਠੀਕ ਹੈ, ਤੇ ਇਹ ਜੁਰਮਾਨੇ ਜਿਹੜੇ ਆ ਸਰਕਾਰ ਆਪਣੀ ਮਰਜ਼ੀ ਅਨੁਸਾਰ ਜਿਹੜੇ ਨਿਰਧਾਰਿਤ ਕਰਦੀ, ਉਹਨਾਂ ਦੀ ਚੋਇਸ ਹੈ। ਇਹ ਨਹੀਂ ਕਿ ਜੇ ਤੁਹਾਡੀ ਗੱਡੀ ਫੜੀ ਗਈ ਹੈ ਤੇ ਉਹਦਾ ਚਲਾਨ ਹੋ ਗਿਆ ਤੇ ਤੁਸੀਂ 200 ਰੁਪਇਆ ਦੇ ਕੇ ਇੱਧਰ ਕਰੋਗੇ ਕੰਮ, ਇਸ ਤਰ੍ਹਾਂ ਨਹੀਂ। ਉਹਨਾਂ ਨੇ ਬਕਾਇਦਾ ਨਿਯਮ ਬਣੇ ਹੁੰਦੇ ਨੇ ਕਿ ਜਿਹੜਾ ਕੋਈ ਨਿਯਮ ਤੋੜੇਗਾ ਤਾਂ ਉਹਨੂੰ ਇੰਨਾ ਜੁਰਮਾਨਾ ਲੱਗੇਗਾ। ਠੀਕ ਹੈ ਬੇਟਾ, ਅੱਗੇ ਹੈਗਾ ਸਾਡਾ 4ਥਾ ਪੁਆਇੰਟ ਦਾਨ ਅਤੇ ਗਰਾਂਟਾਂ। ਹੁਣ ਬੇਟਾ ਇਹ ਵੀ ਇੱਕ ਜਿਹੜਾ ਦਾਨ ਤੇ ਗਰਾਂਟਾਂ ਇਹ ਗੈਰ ਕਰ ਆਮਦਨਗਤ ਪ੍ਰਾਪਤੀਆਂ ਨੇ। ਹੁਣ ਵੇਖੋ ਬੱਚੇ, ਜਦੋਂ ਸਰਕਾਰ ਨੂੰ ਲੋਕਾਂ ਜਾਂ ਦੂਜੇ ਦੇਸ਼ਾਂ ਵੱਲੋਂ ਦਾਨਾਂ ਜਾਂ ਗਰਾਂਟਾਂ ਦੇ ਰੂਪ ਵਿੱਚ ਵੀ ਗੈਰ ਕਰ ਆਮਦਨ ਪ੍ਰਾਪਤੀਆਂ ਹੁੰਦੀਆਂ ਹਨ, ਹੈ ਨਾ, ਜਿਵੇਂ ਹੜ੍ਹ ਹੈ, ਤੂਫਾਨ ਹੈ, ਭੂਚਾਲ ਅਤੇ ਸੋਕਾ ਆਉਂਦਾ ਹੈ, ਆਉਣ ਸਮੇਂ ਵੀ ਧਨ ਪ੍ਰਾਪਤ ਹੁੰਦਾ ਹੈ। ਇਹਨੂੰ ਕਹਿੰਦੇ ਨੇ ਗਰਾਂਟ ਅਤੇ ਦਾਨ। ਜਿਸ ਤਰ੍ਹਾਂ ਕਿ ਸਾਡਾ ਦੇਸ਼ ਵੀ ਕਿਸੇ ਦੂਜੇ ਦੇਸ਼ 'ਤੇ ਕੋਈ ਆ ਜਾਂਦੀ ਮਹਾਂਮਾਰੀ ਆ ਜਾਂਦੀ ਹੈ ਜਾਂ ਹੜ੍ਹ ਆ ਜਾਂਦੇ ਨੇ, ਤੂਫਾਨ ਆ ਜਾਂਦੇ, ਭੂਚਾਲ ਆਉਂਦੇ ਤੇ ਕਿੰਨਾ ਨੁਕਸਾਨ ਹੋ ਜਾਂਦਾ। ਤੇ ਫਿਰ ਇੱਕ ਦੇਸ਼ ਜਿਹੜਾ ਦੂਜੇ ਦੇਸ਼ ਦੀ ਹੈਲਪ ਕਰਦਾ ਵਾ, ਮਦਦ ਕਰਦਾ, ਉਹਨਾਂ ਨੂੰ ਧਨ ਦਿੰਦਾ। ਤੇ ਇਹ ਕੀ ਚੀਜ਼ ਹੈ, ਇਹ ਵੀ ਗੈਰ ਕਰ ਆਮਦਨਗਤ ਪ੍ਰਾਪਤੀਆਂ ਦਾ ਹੀ ਰੂਪ ਹੈ। ਤੇ ਹੁਣ ਬੇਟਾ ਅਸੀਂ ਨਾ 5th ਪੁਆਇੰਟ ਡਿਸਕਸ ਕਰਾਂਗੇ ਕਿ ਨਜੂਲ ਕੀ ਹੁੰਦਾ। ਕਹਿੰਦੇ ਨੇ ਕਿ ਕਈ ਵਾਰ ਰਾਜ ਵਿੱਚ ਕਿਸੇ ਜਾਇਦਾਦ ਦਾ ਕੋਈ ਦਾਅਵੇਦਾਰ ਨਹੀਂ ਹੁੰਦਾ, ਠੀਕ ਹੈ, ਅਤੇ ਅਜਿਹੀ ਜਾਇਦਾਦ ਉੱਤੇ ਸਿਰਫ ਰਾਜ ਦਾ ਹੀ ਕਾਨੂੰਨੀ ਅਧਿਕਾਰ ਹੁੰਦਾ ਹੈ। ਇਸ ਤਰ੍ਹਾਂ ਰਾਜ ਨੂੰ ਜੋ ਆਮਦਨ ਪ੍ਰਾਪਤ ਹੁੰਦੀ ਹੈ ਉਸ ਨੂੰ ਨਜੂਲ ਕਿਹਾ ਜਾਂਦਾ ਹੈ। ਬੇਟਾ ਇਹਦੇ ਵਿੱਚ ਮੈਂ ਇੱਕ ਐਗਜ਼ਾਮਪਲ ਦੇਵਾਂਗੀ ਕਿ ਫੋਰ ਐਗਜ਼ਾਮਪਲ ਇੱਕ ਨਾ ਬਹੁਤ ਵੱਡਾ ਸ਼ਾਹੂਕਾਰ ਮਰ ਜਾਂਦਾ, ਬਹੁਤ ਵੱਡਾ ਲੈਂਡਲੋਰਡ ਮਰ ਜਾਂਦਾ, ਠੀਕ ਹੈ, ਬਹੁਤ ਜਿਹਦੇ ਕੋਲ ਬਹੁਤ ਜ਼ਿਆਦਾ ਪੈਸਾ ਹੈ, ਠੀਕ ਹੈ, ਉਹ ਆਪਣੀ ਜਾਇਦਾਦ ਜਾਂ ਕੋਈ ਕਹਿ ਲਓ ਕਿ ਉਹਦਾ ਬੱਚਾ ਨਹੀਂ ਹੈਗਾ ਜਾਂ ਕੋਈ ਕਿਸੇ ਨੂੰ ਜਾਣ ਬੁੱਝ ਕੇ ਆਪਣੀ ਜਾਇਦਾਦ ਨਹੀਂ ਦੇਣਾ ਚਾਹੁੰਦਾ ਤੇ ਇਸ ਤਰ੍ਹਾਂ ਹੀ ਮਰ ਜਾਂਦਾ। ਤੇ ਉਹ ਜਿਹੜੀ ਜਾਇਦਾਦ ਹੈ ਫਿਰ ਉਹ ਕਾਨੂੰਨੀ ਤੌਰ 'ਤੇ ਸਰਕਾਰ ਦੀ ਬਣ ਜਾਂਦੀ ਹੈ, ਕਿਉਂਕਿ ਉਹਨੇ ਆਪਣੇ ਜਿੰਦੇ ਜੀ ਆਪਣੇ ਜਿਹੜੇ ਵਸੀਅਤ ਹੈ ਆਪਣੇ ਬੱਚਿਆਂ ਦੇ ਨਾਂ ਨਹੀਂ ਕੀਤੀ, ਠੀਕ ਹੈ, ਉਹਨਾਂ ਨੇ ਆਪਣੇ ਬੱਚਿਆਂ ਨੂੰ ਨਹੀਂ ਵੰਡਿਆ। ਹੋ ਸਕਦਾ ਕਿ ਅਗਲੇ ਦੇ ਬੱਚੇ ਜਿਹੜੇ ਨਾ ਚੰਗੇ ਹੋਣ, ਆਗਿਆਕਾਰੀ ਨਾ ਹੋਣ, ਸ਼ਰਾਬੀ ਕਬਾਬੀ ਹੋਣ, ਤੇ ਉਹਨਾਂ ਨੇ ਕੀ ਕੀਤਾ ਕਿ ਆਪਣੀ ਜਾਇਦਾਦ ਦਾ ਕੋਈ ਵਾਲੀ ਵਾਰਸ ਨਹੀਂ ਰੱਖਿਆ, ਠੀਕ ਹੈ, ਐਗਜ਼ਾਮਪਲ ਦਿੱਤੀ ਬੱਚੇ, ਵਾਰਸ ਨਹੀਂ ਰੱਖਿਆ ਤੇ ਉਹ ਕੀ ਹੋ ਗਿਆ ਕਿ ਉਸ ਦੀ ਜਾਇਦਾਦ ਜਿਹੜੀ ਹੈ ਉਹ ਸਰਕਾਰ ਦੇ ਅੰਡਰ ਆ ਜਾਂਦੀ ਹੈ। ਮਤਲਬ ਬਹੁਤ ਰਿਚ ਪਰਸਨ ਹੈ, ਉਹਦੀ ਜਾਇਦਾਦ ਕੀ ਆ ਜਾਏਗੀ, ਸਰਕਾਰ ਦੇ ਅੰਡਰ। ਤੇ ਇਸ ਚੀਜ਼ ਨੂੰ ਵੀ ਕੀ ਕਹਿੰਦੇ ਆ, ਅਸੀਂ ਕਹਿੰਦੇ ਆ ਗੈਰ ਕਰ ਆਮਦਨਗਤ ਪ੍ਰਾਪਤੀਆਂ। ਤੇ ਬੇਟਾ ਜੀ ਹੁਣ ਪਲੀਜ਼ ਧਿਆਨ ਨਾਲ ਪੜ੍ਹਨਾ ਸ਼ੁਰੂ ਕਰ ਦਿਓ, ਕਿਉਂਕਿ ਬੱਚੇ ਪੇਪਰ ਆ ਗਏ ਨੇ, ਪੇਪਰ ਆਉਣ ਵਾਲੇ ਹੋਣੇ ਆ। ਪੇਪਰ ਇਹ ਨਹੀਂ ਕਿ ਤੁਹਾਡੇ ਆਨਲਾਈਨ ਹੀ ਹੋਣੇ, ਆਫਲਾਈਨ ਹੋਣੇ ਆ, ਪੇਪਰ ਵੀ ਹੋਣੇ। ਹੁਣ ਤੇ ਮੋਸਟਲੀ ਸਾਡੇ ਸਕੂਲਾਂ ਵਿੱਚ ਤੁਹਾਨੂੰ ਪਤਾ ਕਿ ਪ੍ਰੀ ਬੋਰਡ ਸ਼ੁਰੂ ਹੋ ਗਈ ਹੈ, ਠੀਕ ਹੈ, ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਡੀਪਲੀ ਸਟੱਡੀ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਕੋਈ ਮੁਸ਼ਕਿਲ ਨਾ ਹੋਏ। ਤੇ ਨੈਕਸਟ ਵੀਡੀਓ ਵਿੱਚ ਅਸੀਂ ਅਗਲਾ ਟੌਪਿਕ ਡਿਸਕਸ ਕਰਾਂਗੇ। ਤਦ ਤੱਕ ਟੇਕ ਕੇਅਰ।